ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਨੈਪੋਲੀਅਨ ਹਿੱਲ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ। ਆਦਤ ਦਾ ਇਮਤਿਹਾਨ। ਹੁਣ ਅਸੀਂ ਆਦਤ ਹੈਬਿਟ ਸ਼ਬਦ ਨੂੰ ਪਰਖਦੇ ਹਾਂ। ਵੈਬਸਟਰ ਡਿਕਸ਼ਨਰੀ ਵਿੱਚ ਇਸ ਸ਼ਬਦ ਦੀਆਂ ਕਈ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਹੈ: ਵਿਹਾਰ ਦਾ ਉਹ ਰੂਪ ਜਿਸ ਨੂੰ ਬਾਰ-ਬਾਰ ਦੁਹਰਾਉਣ ਜਾਂ ਲਗਾਤਾਰ ਸਰੀਰਕ ਪ੍ਰਯੋਗ ਨਾਲ ਹਾਸਲ ਕੀਤਾ ਜਾਂਦਾ ਹੈ, ਜੋ ਨਿਸ਼ਚਿਤ ਤੌਰ 'ਤੇ ਜਾਂ ਨੁਮਾਇਸ਼ ਦੀ ਬਿਹਤਰ ਸਮਰੱਥਾ ਵਿੱਚ ਪ੍ਰਗਟ ਹੁੰਦਾ ਹੈ। ਵੈਬਸਟਰ ਦੀ ਪਰਿਭਾਸ਼ਾ ਇਸ ਦੇ ਬਿਨਾਂ ਵੀ ਕਈ ਪਰਿਭਾਸ਼ਾਵਾਂ ਦਿੰਦੀ ਹੈ, ਅਰਥਾਤ ਕੋਈ ਵੀ ਪਰਿਭਾਸ਼ਾ ਉਸ ਨਿਯਮ ਦਾ ਸਟੀਕ ਵਰਣਨ ਨਹੀਂ ਕਰ ਸਕਦੀ ਜਿਸ ਨਾਲ ਸਾਰੀਆਂ ਆਦਤਾਂ ਤੈਅ ਹੁੰਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਦਾ ਕਾਰਨ ਸਿਰਫ ਇਹ ਹੈ ਕਿ ਇਸ ਡਿਕਸ਼ਨਰੀ ਦੇ ਸੰਪਾਦਕਾਂ ਨੂੰ ਆਦਤ ਦੀ ਬ੍ਰਹਿਮੰਡੀ ਸ਼ਕਤੀ ਦਾ ਗਿਆਨ ਨਹੀਂ ਸੀ। ਪਰ ਵੈਬਸਟਰ ਦੀ ਪਰਿਭਾਸ਼ਾ ਵਿੱਚ ਸਾਨੂੰ ਇੱਕ ਮਹੱਤਵਪੂਰਨ ਸ਼ਬਦ ਮਿਲਦਾ ਹੈ: ਦੁਹਰਾਉਣਾ। ਇਹ ਮਹੱਤਵਪੂਰਨ ਹੈ ਕਿਉਂਕਿ ਇਹ ਉਸ ਜ਼ਰੀਏ ਦਾ ਵਰਣਨ ਕਰਦਾ ਹੈ ਜਿਸ ਰਾਹੀਂ ਕੋਈ ਆਦਤ ਸ਼ੁਰੂ ਹੁੰਦੀ ਹੈ। ਉਦਾਹਰਨ ਵਜੋਂ, ਨਿਸ਼ਚਿਤ ਉਦੇਸ਼ ਦੀ ਆਦਤ ਤਦੇ ਪੈਂਦੀ ਹੈ ਜਦੋਂ ਉਸ ਉਦੇਸ਼ ਦੇ ਵਿਚਾਰ ਨੂੰ ਬਾਰ-ਬਾਰ ਦੁਹਰਾਇਆ ਜਾਏ। ਇਸ ਲਈ ਉਸ ਵਿਚਾਰ ਨੂੰ ਬਾਰ-ਬਾਰ ਕਲਪਨਾ ਸ਼ਕਤੀ ਤੱਕ ਪਹੁੰਚਾਉਣਾ ਹੁੰਦਾ ਹੈ ਤਾਂ ਕਿ ਇਸ ਦੇ ਪੂਰਾ ਹੋਣ ਦੀ ਇੱਛਾ ਜਾਗ ਜਾਏ। ਫਿਰ ਕਲਪਨਾ ਸ਼ਕਤੀ ਵਿਸ਼ਵਾਸ ਦੀ ਆਦਤ ਦਾ ਪ੍ਰਯੋਗ ਕਰਕੇ ਇਸ ਇੱਛਾ ਨੂੰ ਸਾਕਾਰ ਕਰਨ ਦੀ ਵਿਹਾਰਕ ਯੋਜਨਾ ਬਣਾਉਂਦੀ ਹੈ। ਇਹ ਕੰਮ ਇਤਨੀ ਮੁਸ਼ਕਿਲ ਹੁੰਦਾ ਹੈ ਕਿ ਚਾਹੇ ਵਿਅਕਤੀ ਨੂੰ ਉਸਦੀ ਮਨਪਸੰਦ ਚੀਜ਼ ਹਾਸਲ ਨਹੀਂ ਹੁੰਦੀ, ਪਰ ਉਹ ਖੁਦ ਉਸ ਦਾ ਮਾਲਕ ਸਮਝਣ ਲੱਗਦਾ ਹੈ। ਆਪਣੀ ਮਰਜ਼ੀ ਨਾਲ ਸਕਾਰਾਤਮਕ ਆਦਤ ਦਾ ਨਿਰਮਾਣ ਕਰਨ ਲਈ ਆਤਮ ਅਨੁਸ਼ਾਸਨ, ਲਗਨ, ਇੱਛਾ ਸ਼ਕਤੀ ਅਤੇ ਆਸਥਾ ਦੇ ਪ੍ਰਯੋਗ ਦੀ ਲੋੜ ਹੁੰਦੀ ਹੈ। ਜਿਸ ਵਿਅਕਤੀ ਨੇ ਇਸ ਫਿਲਾਸਫੀ ਦੇ ਆਰੰਭਕ 16 ਸਿਧਾਂਤਾਂ ਨੂੰ ਆਪਣੇ ਅੰਦਰ ਸਮਾ ਲਿਆ ਹੋਵੇ, ਉਹ ਇਹ ਕੰਮ ਕਰ ਸਕਦਾ ਹੈ। ਸਵੈ ਇੱਛਾ ਨਾਲ ਆਦਤ ਪਾਉਣਾ ਸਵੈ ਅਨੁਸ਼ਾਸਨ ਦਾ ਸਰਵਉੱਚ ਅਤੇ ਸ੍ਰੇਸ਼ਟ ਰੂਪ ਹੈ। ਨਿਸ਼ਚਿਤ ਉਦੇਸ਼ ਨੂੰ ਹਾਸਲ ਕਰਨ ਲਈ ਪਾਈਆਂ ਗਈਆਂ ਸਾਰੀਆਂ ਸਵੈ ਇੱਛਤ ਆਦਤਾਂ ਇੱਛਾ ਸ਼ਕਤੀ ਦੇ ਮਾਰਗਦਰਸ਼ਨ ਦਾ ਨਤੀਜਾ ਹੁੰਦੀਆਂ ਹਨ। ਉਹ ਆਦਤ ਦੀ ਬ੍ਰਹਿਮੰਡੀ ਸ਼ਕਤੀ ਉੱਪਰ ਨਹੀਂ ਬਲਕਿ ਵਿਅਕਤੀ ਉੱਪਰ ਨਿਰਭਰ ਕਰਦੀਆਂ ਹਨ। ਉਹਨਾਂ ਨੂੰ ਵਿਚਾਰਾਂ ਅਤੇ ਕੰਮਾਂ ਦੇ ਦੁਹਰਾਅ ਰਾਹੀਂ ਤਦ ਤੱਕ ਦਿਮਾਗ ਵਿੱਚ ਰੱਖਣਾ ਪੈਂਦਾ ਹੈ ਜਦੋਂ ਤੱਕ ਕਿ ਆਦਤ ਦੀ ਬ੍ਰਹਿਮੰਡੀ ਸ਼ਕਤੀ ਉਹਨਾਂ ਨੂੰ ਸਥਾਈ ਨਾ ਬਣਾ ਦੇਵੇ। ਇਸ ਪਿੱਛੋਂ ਉਹ ਆਪਣੇ ਆਪ ਹੋਣ ਲੱਗਦੀਆਂ ਹਨ। ਵਿਅਕਤੀਗਤ ਸਫਲਤਾ ਦੀ ਇਸ ਫਿਲਾਸਫੀ ਵਿੱਚ ਆਦਤ ਸ਼ਬਦ ਬਹੁਤ ਮਹੱਤਵਪੂਰਨ ਹੈ। ਆਦਤਾਂ ਨਾਲ ਹੀ ਵਿਅਕਤੀ ਦੇ ਜੀਵਨ ਦੀਆਂ ਆਰਥਿਕ, ਸਮਾਜਿਕ, ਕਾਰੋਬਾਰੀ ਅਤੇ ਅਧਿਆਤਮਕ ਹਾਲਤਾਂ ਤੈਅ ਹੁੰਦੀਆਂ ਹਨ। ਅਸੀਂ ਜਿੱਥੇ ਹਾਂ ਅਤੇ ਜੋ ਹਾਂ ਆਪਣੀਆਂ ਆਦਤਾਂ ਕਰਕੇ ਹਾਂ। ਆਪਣੀਆਂ ਆਦਤਾਂ ਨੂੰ ਬਦਲ ਕੇ ਅਤੇ ਵਿਕਸਿਤ ਕਰਕੇ ਅਸੀਂ ਉੱਥੇ ਪਹੁੰਚ ਸਕਦੇ ਹਾਂ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ, ਜਾਂ ਉਹ ਬਣ ਸਕਦੇ ਹਾਂ ਜੋ ਅਸੀਂ ਬਣਨਾ ਚਾਹੁੰਦੇ ਹਾਂ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਪੂਰੀ ਫਿਲਾਸਫੀ ਜ਼ਰੂਰੀ ਤੌਰ ਉੱਪਰ ਆਦਤ ਦੀ ਬ੍ਰਹਿਮੰਡੀ ਸ਼ਕਤੀ ਦੇ ਨਿਯਮ ਦੀ ਸਮਝ ਅਤੇ ਪ੍ਰਯੋਗ ਵੱਲ ਲੈ ਜਾਂਦੀ ਹੈ। ਇਸ ਫਿਲਾਸਫੀ ਦੇ 16 ਆਰੰਭਕ ਸਿਧਾਂਤਾਂ ਵਿੱਚੋਂ ਹਰ ਇੱਕ ਦਾ ਪ੍ਰਮੁੱਖ ਉਦੇਸ਼ ਵਿਅਕਤੀ ਦੀ ਮਦਦ ਕਰਨਾ ਹੈ ਤਾਂ ਕਿ ਉਹ ਦਿਮਾਗ ਉੱਪਰ ਪੂਰਾ ਕੰਟਰੋਲ ਹਾਸਲ ਕਰਨ ਲਈ ਆਦਤ ਦੇ ਵਿਸ਼ੇਸ਼ ਰੂਪ ਦਾ ਵਿਕਾਸ ਕਰ ਲਏ। ਇਸ ਨੂੰ ਵੀ ਇੱਕ ਆਦਤ ਬਣਾਉਣਾ ਚਾਹੀਦਾ ਹੈ। ਦਿਮਾਗੀ ਸ਼ਕਤੀ ਹਮੇਸ਼ਾ ਜ਼ਿੰਦਗੀ ਦੀ ਨਦੀ ਦੇ ਇਸ ਜਾਂ ਉਸ ਕਿਨਾਰੇ ਉੱਪਰ ਕਿਰਿਆਸ਼ੀਲ ਰਹਿੰਦੀ ਹੈ। ਇਸ ਫਿਲਾਸਫੀ ਦਾ ਉਦੇਸ਼ ਇਹ ਹੈ ਕਿ ਵਿਅਕਤੀ ਵਿਚਾਰ ਅਤੇ ਕਰਮ ਦੀਆਂ ਅਜਿਹੀਆਂ ਆਦਤਾਂ ਵਿਕਸਿਤ ਕਰੇ ਜੋ ਉਸ ਦੇ ਦਿਮਾਗ ਨੂੰ ਨਦੀ ਦੇ ਸਫਲਤਾ ਵਾਲੇ ਕਿਨਾਰੇ ਉੱਪਰ ਕੇਂਦਰਿਤ ਰੱਖੇ। ਇਹੀ ਇਸ ਫਿਲਾਸਫੀ ਦਾ ਇੱਕੋ ਇੱਕ ਉਦੇਸ਼ ਹੈ। ਹਰ ਮਨਚਾਹੀ ਚੀਜ਼ ਵਾਂਗ ਇਸ ਫਿਲਾਸਫੀ ਵਿੱਚ ਮੁਹਾਰਤ ਦੀ ਵੀ ਕੀਮਤ ਦੇਣੀ ਪੈਂਦੀ ਹੈ ਅਤੇ ਇਹ ਕੀਮਤ ਲਾਭ ਮਿਲਣ ਤੋਂ ਪਹਿਲਾਂ ਚੁਕਾਉਣੀ ਪੈਂਦੀ ਹੈ। ਇਸ ਦੀ ਕੀਮਤ ਹੈ ਸਤਰਕਤਾ, ਸੰਕਲਪ ਅਤੇ ਲਗਨ। ਇਸ ਦਾ ਮੁੱਲ ਹੈ ਗਰੀਬੀ, ਦੁੱਖ ਅਤੇ ਮੋਹ ਭੰਗ ਦਾ ਬਦਲ ਸਵੀਕਾਰ ਕਰਨ ਦੀ ਬਜਾਏ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ 'ਤੇ ਜਿਉਣ ਦੀ ਇੱਛਾ। ਹਰ ਵਿਅਕਤੀ ਕੋਲ ਜ਼ਿੰਦਗੀ ਨਾਲ ਸੰਬੰਧ ਬਣਾਉਣ ਦੇ ਦੋ ਬਦਲ ਹੁੰਦੇ ਹਨ। ਇੱਕ ਬਦਲ ਇਹ ਹੈ ਕਿ ਵਿਅਕਤੀ ਘੋੜਾ ਬਣ ਜਾਏ ਅਤੇ ਜੀਵਨ ਨੂੰ ਆਪਣੇ ਉੱਪਰ ਸਵਾਰੀ ਕਰਨ ਦੇਵੇ। ਦੂਜਾ ਬਦਲ ਇਹ ਹੈ ਕਿ ਵਿਅਕਤੀ ਸਵਾਰ ਬਣ ਜਾਏ ਅਤੇ ਜੀਵਨ ਨੂੰ ਘੋੜਾ ਬਣਾ ਕੇ ਉਸ ਦੀ ਸਵਾਰੀ ਕਰੇ। ਵਿਅਕਤੀ ਘੋੜਾ ਬਣੇਗਾ ਜਾਂ ਸਵਾਰ, ਇਹ ਬਦਲ ਹਰ ਵਿਅਕਤੀ ਦੇ ਹੱਥ ਵਿੱਚ ਹੁੰਦਾ ਹੈ। ਇਹ ਚੁਣਾਵ
ਹਰ ਵਿਅਕਤੀ ਦੇ ਹੱਥ ਵਿੱਚ ਹੁੰਦਾ ਹੈ। ਪਰ ਇਹ ਗੱਲ ਤੈਅ ਹੈ, ਜੇ ਵਿਅਕਤੀ ਜ਼ਿੰਦਗੀ ਦਾ ਘੋੜਸਵਾਰ ਬਣਨ ਦਾ ਚੁਣਾਵ ਨਹੀਂ ਚੁਣਦਾ, ਬਦਲ ਨਹੀਂ ਚੁਣਦਾ, ਤਾਂ ਨਿਸ਼ਚਿਤ ਰੂਪ ਵਿੱਚ ਜ਼ਿੰਦਗੀ ਉਸਨੂੰ ਘੋੜਾ ਬਣਨ ਲਈ ਮਜਬੂਰ ਕਰ ਦੇਵੇਗੀ। ਜ਼ਿੰਦਗੀ ਜਾਂ ਤਾਂ ਵਿਅਕਤੀ ਉੱਪਰ ਸਵਾਰੀ ਕਰਦੀ ਹੈ ਜਾਂ ਫਿਰ ਵਿਅਕਤੀ ਨੂੰ ਆਪਣੇ ਉੱਪਰ ਸਵਾਰੀ ਕਰਨ ਦਿੰਦੀ ਹੈ। ਇਹ ਚੁੱਪਚਾਪ ਖੜੀ ਨਹੀਂ ਰਹਿੰਦੀ। ਅਹਮ ਅਤੇ ਆਦਤ ਦੀ ਬ੍ਰਹਿਮੰਡੀ ਸ਼ਕਤੀ ਦਾ ਸੰਬੰਧ। ਈਗੋ ਐਂਡ ਹੈਬਿਟ। ਇਸ ਫਿਲਾਸਫੀ ਦਾ ਵਿਦਿਆਰਥੀ ਹੋਣ ਕਰਕੇ ਸ਼ਾਇਦ ਤੁਸੀਂ ਇਹ ਜਾਣਨਾ ਚਾਹੋਗੇ ਕਿ ਵਿਅਕਤੀ ਆਪਣੇ ਵਿਚਾਰ ਨੂੰ ਕਿਵੇਂ ਸਾਕਾਰ ਕਰ ਸਕਦਾ ਹੈ। ਸ਼ਾਇਦ ਤੁਸੀਂ ਇਹ ਵੀ ਜਾਣਨਾ ਚਾਹੋਗੇ ਕਿ ਦੂਜਿਆਂ ਨਾਲ ਬਰਾਬਰੀ ਵਾਲੇ ਸੰਬੰਧ ਕਿਵੇਂ ਬਣਾਏ ਜਾ ਸਕਦੇ ਹਨ। ਮੰਦੇ ਭਾਗੀ ਸਕੂਲਾਂ ਵਿੱਚ ਇਹਨਾਂ ਮਹੱਤਵਪੂਰਨ ਜ਼ਰੂਰਤਾਂ ਬਾਰੇ ਕੁਝ ਨਹੀਂ ਸਿਖਾਇਆ ਜਾਂਦਾ। ਮਨੋਵਿਗਿਆਨਕ ਡਾਕਟਰ ਹੈਨਰੀ ਸੀ ਲਿੰਕ ਅਨੁਸਾਰ ਸਾਡੀ ਸਿੱਖਿਆ ਪ੍ਰਣਾਲੀ ਨੇ ਸਿਰਫ ਦਿਮਾਗ ਦੇ ਵਿਕਾਸ ਉੱਪਰ ਧਿਆਨ ਕੇਂਦਰਿਤ ਕੀਤਾ ਹੈ। ਇਹ ਉਸ ਤਰੀਕੇ ਨੂੰ ਸਮਝ ਨਹੀਂ ਸਕਿਆ ਜਿਸ ਨਾਲ ਭਾਵਨਾਤਮਕ ਆਦਤਾਂ ਅਤੇ ਵਿਅਕਤੀਤਵ ਦੀਆਂ ਆਦਤਾਂ ਸਿੱਖੀਆਂ ਜਾਂ ਸੁਧਾਰੀਆਂ ਜਾਂਦੀਆਂ ਹਨ। ਉਹਨਾਂ ਦੀ ਗੱਲ ਵਿੱਚ ਦਮ ਹੈ। ਡਾਕਟਰ ਲਿੰਕ ਅਨੁਸਾਰ ਸਾਡੇ ਸਿੱਖਿਆ ਪ੍ਰਣਾਲੀ ਵਿੱਚ ਇਹ ਕਮੀ ਇਸ ਲਈ ਹੈ ਕਿਉਂਕਿ ਆਦਤ ਦੀ ਬ੍ਰਹਿਮੰਡੀ ਸ਼ਕਤੀ ਦੇ ਨਿਯਮ ਨੂੰ ਇੰਨੀ ਦਿਨੀ ਹੀ ਪਛਾਣਿਆ ਗਿਆ ਹੈ ਅਤੇ ਵਧੇਰੇ ਸਿੱਖਿਆ ਸ਼ਾਸਤਰੀ ਤਾਂ ਅੱਜ ਵੀ ਇਸ ਤੋਂ ਅਣਜਾਣ ਹਨ। ਹਰ ਵਿਅਕਤੀ ਜਾਣਦਾ ਹੈ ਕਿ ਚੱਲਣ ਦਾ ਆਰੰਭ ਕਰਨ ਬਾਅਦ ਅਸੀਂ ਜੋ ਵੀ ਕਰਦੇ ਹਨ ਉਹ ਆਦਤ ਦਾ ਨਤੀਜਾ ਹੈ। ਤੁਰਨਾ ਅਤੇ ਬੋਲਣਾ ਆਦਤਾਂ ਹਨ। ਸਾਡਾ ਖਾਣ ਪੀਣ ਦਾ ਤਰੀਕਾ ਆਦਤ ਹੈ। ਸਾਡੀਆਂ ਸੈਕਸ ਦੇ ਕਾਰਜ ਆਦਤ ਦਾ ਨਤੀਜਾ ਹਨ। ਦੂਜਿਆਂ ਨਾਲ ਸਾਡੇ ਸਕਾਰਾਤਮਕ ਜਾਂ ਨਕਾਰਾਤਮਕ ਸੰਬੰਧ ਆਦਤਾਂ ਦਾ ਨਤੀਜਾ ਹਨ। ਅਸੀਂ ਇਹ ਸਭ ਜਾਣਦੇ ਹਾਂ, ਪਰ ਬਹੁਤ ਘੱਟ ਲੋਕ ਇਹ ਜਾਣ ਸਕਦੇ ਹਨ ਇਹ ਆਦਤਾਂ ਕਿਉਂ ਅਤੇ ਕਿਵੇਂ ਪੈਂਦੀਆਂ ਹਨ। ਆਦਤਾਂ ਇਨਸਾਨ ਦੇ ਅਹਮ ਨਾਲ ਵੱਖਰੇ ਤੌਰ 'ਤੇ ਜੁੜੀਆਂ ਹਨ। ਇਸ ਲਈ ਹੁਣ ਸਾਨੂੰ ਅਹਮ ਦਾ ਵਿਸ਼ਲੇਸ਼ਣ ਕਰਨਾ ਪਵੇਗਾ, ਜਿਸ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਅਹਮ ਹੀ ਉਹ ਜ਼ਰੀਆ ਹੈ ਜਿਸ ਰਾਹੀਂ ਵਿਸ਼ਵਾਸ ਅਤੇ ਹੋਰ ਮਾਨਸਿਕ ਹਾਲਤਾਂ ਕੰਮ ਕਰਦੀਆਂ ਹਨ। ਇਸ ਫਿਲਾਸਫੀ ਵਿੱਚ ਹਰ ਥਾਂ ਕਾਰਜਹੀਨ ਆਸਥਾ ਵਿਸ਼ਵਾਸ ਅਤੇ ਕਾਰਜਸ਼ੀਲ ਵਿਸ਼ਵਾਸ ਵਿਚਲੇ ਫਰਕ ਉੱਪਰ ਬਹੁਤ ਜ਼ੋਰ ਦਿੱਤਾ ਗਿਆ ਹੈ। ਅਹਮ ਸਾਰੇ ਕਾਰਜਾਂ ਦੇ ਪ੍ਰਗਟਾਅ ਦਾ ਜ਼ਰੀਆ ਹੈ, ਇਸ ਲਈ ਸਾਨੂੰ ਇਸ ਦਾ ਸੁਭਾਅ ਅਤੇ ਸੰਭਾਵਨਾਵਾਂ ਜਾਣ ਲੈਣੀਆਂ ਚਾਹੀਦੀਆਂ ਹਨ। ਤਾਂ ਕਿ ਅਸੀਂ ਇਸ ਦੀ ਸਰਬਸ਼੍ਰੇਸ਼ਟ ਵਰਤੋਂ ਕਰ ਸਕੀਏ, ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਅਹਮ ਨੂੰ ਕਾਰਜਸ਼ੀਲ ਕਿਵੇਂ ਬਣਾਇਆ ਜਾ ਸਕਦਾ ਹੈ ਅਤੇ ਨਿਸ਼ਚਿਤ ਉਦੇਸ਼ ਤੱਕ ਪਹੁੰਚਣ ਲਈ ਇਸ ਨੂੰ ਕੰਟਰੋਲ ਅਤੇ ਡਾਇਰੈਕਟ ਕਿਵੇਂ ਕੀਤਾ ਜਾ ਸਕਦਾ ਹੈ। ਸਭ ਤੋਂ ਵੱਧ ਸਾਨੂੰ ਇਸ ਹਰਮਨ ਪਿਆਰੇ ਭੁਲੇਖੇ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿ ਅਹਮ ਕੇਵਲ ਘਮੰਡ ਹੈ। ਅਹਮ ਈਗੋ ਲੈਟਿਨ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਮੈਂ, ਆਈ। ਪਰ ਅਹਮ ਇੱਕ ਪ੍ਰੇਰਕ ਸ਼ਕਤੀ ਵੀ ਹੈ ਜਿਸ ਨੂੰ ਨਿਯਮਿਤ ਕੀਤਾ ਜਾ ਸਕਦਾ ਹੈ। ਅਹਮ ਰਾਹੀਂ ਕਰਮ ਕਰਕੇ ਅਤੇ ਹੋਰ ਭਰੋਸਾ ਰੱਖ ਕੇ ਇੱਛਾ ਨੂੰ ਭੌਤਿਕ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਅਹਮ ਦੀ ਗਲਤ ਸਮਝੀ ਗਈ ਸ਼ਕਤੀ। ਅਹਮ ਸ਼ਬਦ ਵਿਅਕਤੀਤਵ ਦੇ ਹਰ ਪਹਿਲੂ ਵਿੱਚੋਂ ਝਲਕਦਾ ਹੈ। ਇਸ ਲਈ ਚੰਗੀਆਂ ਆਦਤਾਂ ਪਾ ਕੇ ਅਹਮ ਵਿਕਾਸ ਕੀਤਾ ਜਾ ਸਕਦਾ ਹੈ, ਉਸ ਦਾ ਮਾਰਗਦਰਸ਼ਨ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇੱਕ ਮਹਾਨ ਦਾਰਸ਼ਨਿਕ ਨੇ ਜੀਵਨ ਭਰ ਮਨੁੱਖੀ ਸਰੀਰ ਅਤੇ ਦਿਮਾਗ ਦਾ ਅਧਿਐਨ ਕੀਤਾ। ਆਪਣੇ ਅਧਿਐਨ ਦਾ ਨਿਚੋੜ ਪੇਸ਼ ਕਰਦਿਆਂ ਉਸਨੇ ਅਹਮ ਦੇ ਅਧਿਐਨ ਲਈ ਸਾਨੂੰ ਇੱਕ ਵਿਹਾਰਕ ਆਧਾਰ ਦਿੱਤਾ ਹੈ। ਉਸ ਦਾ ਕਹਿਣਾ ਹੈ, ਤੁਹਾਡਾ ਸਰੀਰ ਚਾਹੇ ਇਹ ਜਿਉਂਦਾ ਹੋਵੇ ਜਾਂ ਮਰਿਆ, ਲੱਖਾਂ ਕਰੋੜਾਂ ਛੋਟੀਆਂ-ਛੋਟੀਆਂ ਊਰਜਾਵਾਂ ਦਾ ਸਮੂਹ ਹੈ ਜੋ ਕਦੀ ਮਰ ਨਹੀਂ ਸਕਦੀਆਂ। ਇਹ ਊਰਜਾਵਾਂ ਅੱਡ ਵੀ ਹਨ ਅਤੇ ਇਕੱਲੀਆਂ ਵੀ। ਅਕਸਰ ਉਹ ਸਹਿਜ ਨਾਲ ਕੰਮ ਕਰਦੀਆਂ ਹਨ। ਮਨੁੱਖੀ ਸਰੀਰ ਜੀਵਨ ਦੀ ਮਸ਼ੀਨੀ ਰਚਨਾ ਹੈ ਜੋ ਅੰਦਰੂਨੀ ਸ਼ਕਤੀਆਂ ਨੂੰ ਕੰਟਰੋਲ ਕਰਨ ਵਿੱਚ ਸਮਰੱਥ ਤਾਂ ਹੈ, ਪਰ ਅਜਿਹਾ ਕਰਨ ਦਾ ਆਦੀ ਨਹੀਂ ਹੈ। ਆਦਤ, ਇੱਛਾ ਸ਼ਕਤੀ ਜਾਂ ਭਾਵਨਾ ਨਾਲ ਮਿਲੇ ਵਿਸ਼ੇਸ਼ ਰੋਮਾਂਸ ਰਾਹੀਂ ਇਹਨਾਂ ਅੰਦਰੂਨੀ ਸ਼ਕਤੀਆਂ ਨੂੰ ਕਿਸੇ ਮਹੱਤਵਪੂਰਨ ਉਦੇਸ਼ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਪ੍ਰਯੋਗਾਂ ਪਿੱਛੋਂ ਅਸੀਂ ਸੰਤੁਸ਼ਟ ਹੋ ਚੁੱਕੇ ਹਾਂ ਕਿ ਵਿਅਕਤੀ ਬਹੁਤ ਹੱਦ ਤੱਕ ਇਹਨਾਂ ਊਰਜਾਵਾਂ ਨੂੰ ਪ੍ਰੇਰਿਤ ਕਰ ਸਕਦਾ ਹੈ ਅਤੇ ਉਹਨਾਂ ਦਾ ਪ੍ਰਯੋਗ ਕਰ ਸਕਦਾ ਹੈ। ਤੁਸੀਂ ਜੋ ਹਵਾ, ਸੂਰਜ ਦੀ ਰੋਸ਼ਨੀ ਅਤੇ ਪਾਣੀ ਲੈਂਦੇ ਹੋ, ਉਹ ਇੱਕ ਅਜਿਹੀ ਸ਼ਕਤੀ ਦੇ ਪ੍ਰਤੀਨਿਧ ਹਨ ਜੋ ਆਕਾਸ਼ ਅਤੇ ਧਰਤੀ ਤੋਂ ਆਉਂਦੀਆਂ ਹਨ।
ਜਦੋਂ ਤੁਸੀਂ ਹਾਲਾਤ ਦੇ ਵਹਾਅ ਉੱਪਰ ਹਰ ਰੋਜ਼ ਆਲਸ ਨਾਲ ਤੈਰਦੇ ਹੋ ਤਾਂ ਬਿਹਤਰ ਬਣਨ ਦੇ ਮੌਕੇ ਤੁਹਾਡੇ ਸਾਹਮਣੇ ਤੈਰਦੇ ਹੋਏ ਲੰਘ ਜਾਂਦੇ ਹਨ ਅਤੇ ਤੁਹਾਡੀ ਪਹੁੰਚ ਤੋਂ ਦੂਰ ਹੋ ਜਾਂਦੇ ਹਨ। ਇਨਸਾਨ ਨੂੰ ਇਤਨੀਆਂ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ ਕਿ ਜਦੋਂ ਤੋਂ ਦੁਨੀਆ ਸ਼ੁਰੂ ਹੋਈ ਹੈ ਤਦ ਤੋਂ ਬ੍ਰਹਿਮੰਡ ਵਿੱਚ ਆਜ਼ਾਦੀ ਨਾਲ ਹੋ ਰਹੀ ਉਥਲ-ਪੁਥਲ ਉੱਪਰ ਕਾਬੂ ਪਾਉਣ ਦੀ ਕੋਈ ਸਾਰਥਕ ਕੋਸ਼ਿਸ਼ ਕੀਤੀ ਹੀ ਨਹੀਂ ਗਈ ਹੈ। ਇਹਨਾਂ ਨੂੰ ਕਾਬੂ ਕਰਨ ਅਤੇ ਮਾਰਗਦਰਸ਼ਨ ਦੇਣ ਲਈ ਇੱਛਾ ਸ਼ਕਤੀ ਦਾ ਪ੍ਰਯੋਗ ਕਰਨ ਦੀ ਬਜਾਏ ਇਹ ਵਧੇਰੇ ਸੌਖਾ ਹੈ ਕਿ ਅਸੀਂ ਚੀਜ਼ਾਂ ਨੂੰ ਆਪਣੇ ਆਪ ਹੋਣ ਦਈਏ। ਪਰ ਸਫਲਤਾ ਅਤੇ ਅਸਫਲਤਾ ਵਿੱਚ ਵੰਡ ਰੇਖਾ ਉੱਥੇ ਹੀ ਮਿਲਦੀ ਹੈ ਜਿੱਥੇ ਨਿਰ-ਉਦੇਸ਼ ਵਹਾਅ ਰੁਕ ਜਾਂਦਾ ਹੈ। ਜਿੱਥੇ ਨਿਸ਼ਚਿਤ ਉਦੇਸ਼ ਸ਼ੁਰੂ ਹੁੰਦਾ ਹੈ, ਅਸੀਂ ਸਭ ਭਾਵਨਾਵਾਂ, ਹਾਲਾਤ ਅਤੇ ਸੰਜੋਗਾਂ ਦੇ ਜੀਵ ਹਾਂ। ਦਿਮਾਗ, ਦਿਲ ਅਤੇ ਸਰੀਰ ਨੂੰ ਠੀਕ ਰੂਪ ਵਿੱਚ ਲਿਆਉਣਾ ਸਮੱਸਿਆਵਾਂ ਹਨ। ਚਾਹੇ ਉਹਨਾਂ ਵਿੱਚੋਂ ਕਿਸੇ ਇੱਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏ, ਪਰ ਉਹਨਾਂ ਨੂੰ ਜੀਵਨ ਦੇ ਵਹਾਅ ਅਨੁਸਾਰ ਆਕਾਰ ਦੇਣਾ ਔਖਾ ਕੰਮ ਹੈ। ਜੇ ਤੁਸੀਂ ਰੁਕ ਕੇ ਕੁਝ ਸੋਚੋ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੀ ਬਹੁਤ ਸਾਰੀ ਜ਼ਿੰਦਗੀ ਸਿਰਫ ਵਹਾਅ ਨਾਲ ਹੀ ਵਹਿ ਰਹੀ ਹੈ। ਕਿਸੇ ਦੇ ਵੀ ਜੀਵਨ ਵੱਲ ਦੇਖੋ ਕਿ ਇਹ ਕਿਵੇਂ ਯਤਨ ਕਰ ਰਿਹਾ ਹੈ। ਦਰਖਤ ਆਪਣੀਆਂ ਟਾਹਣੀਆਂ ਸੂਰਜ ਵੱਲ ਮੋੜਦਾ ਹੈ। ਇਹ ਆਪਣੀਆਂ ਪੱਤੀਆਂ ਰਾਹੀਂ ਸਾਹ ਲੈਣ ਲਈ ਸੰਘਰਸ਼ ਕਰਦਾ ਹੈ। ਇਹ ਜ਼ਮੀਨ ਦੇ ਹੇਠਾਂ ਵੀ ਕਾਰਜਸ਼ੀਲ ਰਹਿੰਦਾ ਹੈ। ਇਹ ਆਪਣੀਆਂ ਜੜ੍ਹਾਂ ਨੂੰ ਪਾਣੀ ਅਤੇ ਖਣਿਜ ਪਦਾਰਥਾਂ ਦੀ ਖੋਜ ਵਿੱਚ ਹੇਠਾਂ ਭੇਜਦਾ ਹੈ ਤਾਂ ਕਿ ਉਹਨਾਂ ਤੋਂ ਇਹ ਆਪਣਾ ਭੋਜਨ ਬਣਾ ਸਕੇ। ਤੁਸੀਂ ਰੁੱਖ ਨੂੰ ਨਿਰਜੀਵ ਕਹਿੰਦੇ ਹੋ, ਪਰ ਇਹ ਇੱਕ ਅਜਿਹੀ ਸ਼ਕਤੀ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਿਸੇ ਸਰੋਤ ਤੋਂ ਆਉਂਦੀ ਹੈ, ਉਦੇਸ਼ ਨਾਲ ਕੰਮ ਕਰਦੀ ਹੈ। ਧਰਤੀ ਉੱਪਰ ਅਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਊਰਜਾ ਨਾ ਹੋਵੇ। ਠੰਡੇ ਉੱਤਰੀ ਧਰੁਵ ਦੀ ਹਵਾ ਇਸ ਨਾਲ ਭਰੀ ਹੋਈ ਹੈ। ਉੱਤਰੀ ਕਿਰਨਾਂ ਅਸਮਾਨ ਨੂੰ ਚਮਕਾਉਂਦੀਆਂ ਹਨ। ਜਿੱਥੇ ਵੀ ਗਰਮੀ ਠੰਡ ਨੂੰ ਹਰਾਉਂਦੀ ਹੈ, ਉੱਥੇ ਹੈਰਾਨ ਕਰ ਦੇਣ ਵਾਲੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ। ਪਾਣੀ ਸਿਰਫ ਗੈਸਾਂ ਦਾ ਤਰਲ ਮਿਸ਼ਰਣ ਹੈ, ਪਰ ਇਸ ਵਿੱਚ ਵੈਦਿਕ ਉਹ ਸ਼ਾਸਤਰ ਜਿਸ ਰਾਹੀਂ ਬਿਮਾਰੀਆਂ ਦਾ ਇਲਾਜ ਦੱਸਿਆ ਹੈ, ਮਸ਼ੀਨੀ ਅਤੇ ਰਸਾਇਣਿਕ ਊਰਜਾਵਾਂ ਹੁੰਦੀਆਂ ਹਨ ਜੋ ਇਨਸਾਨ ਨੂੰ ਬਹੁਤ ਫਾਇਦਾ ਜਾਂ ਨੁਕਸਾਨ ਪਹੁੰਚਾ ਸਕਦੀਆਂ ਹਨ। ਬਰਫ਼ ਵਿੱਚ ਵੀ ਊਰਜਾ ਹੁੰਦੀ ਹੈ ਕਿਉਂਕਿ ਇਹ ਨਾ ਤਾਂ ਦਬੀ ਹੋਈ ਰਹਿ ਸਕਦੀ ਹੈ, ਨਾ ਹੀ ਜੰਮੀ ਹੋਈ ਰਹਿ ਸਕਦੀ ਹੈ। ਇਸ ਦੀ ਸ਼ਕਤੀ ਨੇ ਪਹਾੜੀ ਚਟਾਨਾਂ ਦੇ ਟੁਕੜੇ ਕਰ ਦਿੱਤੇ ਹਨ। ਚਾਰੋਂ ਪਾਸੇ ਦੀ ਊਰਜਾ ਨੂੰ ਅਸੀਂ ਪਾਣੀ ਵਿੱਚ ਪੀਂਦੇ ਹਾਂ, ਭੋਜਨ ਵਿੱਚ ਖਾਂਦੇ ਹਾਂ ਅਤੇ ਹਵਾ ਨਾਲ ਸਾਹ ਲੈਂਦੇ ਹਾਂ। ਕੋਈ ਵੀ ਰਸਾਇਣ ਅਣੂ ਇਸ ਤੋਂ ਮੁਕਤ ਨਹੀਂ ਹੈ। ਇਸ ਤੋਂ ਬਿਨਾਂ ਕੋਈ ਵੀ ਪਰਮਾਣੂ ਹੋਂਦ ਵਿੱਚ ਨਹੀਂ ਰਹਿ ਸਕਦਾ। ਅਸੀਂ ਸਭ ਊਰਜਾਵਾਂ ਦੇ ਸੰਯੋਗ ਕਾਰਨ ਹਾਂ। ਇਨਸਾਨਾਂ ਵਿੱਚ ਦੋ ਸ਼ਕਤੀਆਂ ਹੁੰਦੀਆਂ ਹਨ, ਰੂਪ ਅਤੇ ਅਰੂਪ। ਰੂਪ ਸ਼ਕਤੀ ਸਰੀਰ ਦੇ ਰੂਪ ਵਿੱਚ ਹੁੰਦੀ ਹੈ। ਸਰੀਰ ਵਿੱਚ ਅਣਗਿਣਤ ਨਾੜੀਆਂ ਹੁੰਦੀਆਂ ਹਨ ਜੋ ਅਰਬਾਂ ਦੀ ਰੂਪ ਸ਼ਕਤੀ ਅਹੰ ਦੇ ਰੂਪ ਵਿੱਚ ਹੁੰਦੀ ਹੈ। ਅਹੰ ਸਰੀਰ ਦਾ ਸਮਰਾਟ ਹੁੰਦਾ ਹੈ ਅਤੇ ਇਹ ਵਿਚਾਰਾਂ ਅਤੇ ਕੰਮਾਂ ਨੂੰ ਕਾਬੂ ਕਰ ਸਕਦਾ ਹੈ। ਵਿਗਿਆਨ ਸਾਨੂੰ ਦੱਸਦਾ ਹੈ ਕਿ 160 ਪੌਂਡ ਭਾਰ ਇਨਸਾਨ ਦਾ ਭੌਤਿਕ ਰੂਪ 17 ਰਸਾਇਣਿਕ ਤੱਤਾਂ ਨਾਲ ਮਿਲ ਕੇ ਬਣਿਆ ਹੈ ਜੋ ਇਸ ਪ੍ਰਕਾਰ ਹਨ: 9 ਪੌਂਡ ਆਕਸੀਜਨ, 38 ਪੌਂਡ ਕਾਰਬਨ, 15 ਪੌਂਡ ਹਾਈਡਰੋਜਨ, 4 ਪੌਂਡ ਨਾਈਟ੍ਰੋਜਨ, 4.5 ਪੌਂਡ ਕੈਲਸ਼ੀਅਮ, 6 ਔਂਸ ਕਲੋਰੀਨ, 4 ਔਂਸ ਸਲਫਰ, 3.5 ਔਂਸ ਪੋਟਾਸ਼ੀਅਮ, 3 ਔਂਸ ਸੋਡੀਅਮ, 0.25 ਔਂਸ ਫਲੋਰੀਨ, 2 ਔਂਸ ਮੈਗਨੀਸ਼ੀਅਮ, 1.5 ਔਂਸ ਸਿਲੀਕੌਨ, ਆਰਸੈਨਿਕ, ਆਇਓਡੀਨ ਅਤੇ ਐਲੂਮੀਨੀਅਮ ਦੇ ਕੁਝ ਅੰਸ਼। ਇਨਸਾਨ ਦੇ ਭੌਤਿਕ ਰੂਪ ਨੂੰ ਬਣਾਉਣ ਵਾਲੇ ਇਹਨਾਂ ਰਸਾਇਣਾਂ ਦੀ ਕੀਮਤ ਲਗਭਗ 80 ਸੈਂਟ ਹੋਵੇਗੀ ਅਤੇ ਇਹਨਾਂ ਨੂੰ ਕਿਸੇ ਵੀ ਆਧੁਨਿਕ ਰਸਾਇਣਿਕ ਪਲਾਂਟ ਤੋਂ ਖਰੀਦਿਆ ਜਾ ਸਕਦਾ ਹੈ। ਪਰ ਇਹਨਾਂ ਰਸਾਇਣਿਕ ਤੱਤਾਂ ਵਿੱਚ ਲੋੜੀਂਦਾ ਵਿਕਸਿਤ, ਨਿਯਮਤ ਅਤੇ ਕੰਟਰੋਲ ਕੀਤਾ ਅਹੰ ਜੋੜ ਦਿੱਤਾ ਜਾਏ ਤਾਂ ਇਹ ਇਤਨੇ ਕੀਮਤੀ ਬਣ ਸਕਦੇ ਹਨ ਕਿ ਉਹਨਾਂ ਦਾ ਮਾਲਕ ਉਹਨਾਂ ਦੀ ਮੂੰਹ ਮੰਗੀ ਕੀਮਤ ਲੈ ਸਕਦਾ ਹੈ। ਅਹੰ ਇੱਕ ਅਜਿਹੀ ਸ਼ਕਤੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਖਰੀਦਿਆ ਜਾ ਸਕਦਾ ਹੈ। ਇਹ ਵਿਕਾਸ ਨਿਯਮਤ ਆਦਤਾਂ ਰਾਹੀਂ ਹੁੰਦਾ ਹੈ ਜਿਨ੍ਹਾਂ ਨੂੰ ਆਦਤ ਦੀ ਬ੍ਰਹਿਮੰਡੀ ਸ਼ਕਤੀ ਸਥਾਈ ਬਣਾਉਂਦੀ ਹੈ। ਬਿਲ ਗੇਟਸ ਨੇ ਕੰਪਿਊਟਰ ਦੇ ਤਕਨੀਕੀ ਖੇਤਰ ਵਿੱਚ ਆਪਣੇ ਅਹੰ ਦਾ ਵਿਕਾਸ ਕੀਤਾ ਅਤੇ ਉਸ ਨੂੰ ਨਿਰਦੇਸ਼ਿਤ ਕੀਤਾ। ਇਸ ਕਾਰਨ ਦੁਨੀਆ ਨੂੰ ਇੱਕ ਅਜਿਹਾ ਜੀਨੀਅਸ ਮਿਲ ਗਿਆ ਜਿਸ ਦੇ ਮੁੱਲ ਨੂੰ ਕੇਵਲ ਡਾਲਰਾਂ ਵਿੱਚ ਹੀ ਅੰਕਿਤ ਨਹੀਂ ਕੀਤਾ ਜਾ ਸਕਦਾ। ਡਾਕਟਰ ਰਾਬਰਟ ਜ਼ਾਵਿਰਕ ਨੇ ਆਪਣੇ ਅਹੰ ਨੂੰ ਇਲਾਜ ਦੇ ਖੇਤਰ ਵਿੱਚ ਮਾਰਗਦਰਸ਼ਨ ਦਿੱਤਾ ਅਤੇ ਨਕਲੀ ਦਿਲ ਬਣਾਇਆ, ਜਿਸ ਨਾਲ ਨਾ ਸਿਰਫ ਮਰੀਜ਼ਾਂ ਦੀ ਜ਼ਿੰਦਗੀ ਲੰਬੀ ਹੋਈ ਬਲਕਿ ਬਿਹਤਰ ਵੀ ਬਣ ਗਈ।
ਗਾਰਡਨ ਗੁੱਡ ਨੇ ਆਪਣੇ ਅਹਮ ਵਿੱਚ ਪ੍ਰਕਾਸ਼ ਦੀ ਵਰਤੋਂ ਕਰਨ ਦੀ ਤੀਖਣ ਇੱਛਾ ਭਰੀ ਅਤੇ ਉਹ ਆਪਟੀਕਲ ਲੇਜ਼ਰ ਬਣਾਉਣ ਵਾਲਾ ਯਕੀਨਨ ਪਹਿਲਾ ਇਨਸਾਨ ਬਣ ਗਿਆ। ਉੱਨਤੀ ਦੀ ਯਾਤਰਾ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਇਹਨਾਂ ਵਰਗੇ ਸਾਰੇ ਖੋਜੀਆਂ ਨੇ ਵਿਕਸਿਤ ਅਤੇ ਸਾਵਧਾਨੀ ਭਰਪੂਰ ਕੰਟਰੋਲ ਕੀਤੇ ਅਹਮ ਦੀ ਸ਼ਕਤੀ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ। ਕੁਝ ਲੋਕ ਮਨੁੱਖ ਜਾਤੀ ਦੇ ਵਿਕਾਸ ਵਿੱਚ ਕੀਮਤੀ ਯੋਗਦਾਨ ਪਾਉਂਦੇ ਹਨ, ਕੁਝ ਲੋਕ ਦੁਨੀਆ ਵਿੱਚ ਕੇਵਲ ਥਾਂ ਭਰਨ ਦਾ ਕੰਮ ਕਰਦੇ ਹਨ। ਦੋਹਾਂ ਵਿੱਚ ਫਰਕ ਤਾਂ ਅਹਮ ਦਾ ਹੁੰਦਾ ਹੈ, ਕਿਉਂਕਿ ਅਹਮ ਹੀ ਇਨਸਾਨ ਦੇ ਸਾਰੇ ਕੰਮਾਂ ਪਿੱਛੇ ਪ੍ਰੇਰਕ ਸ਼ਕਤੀ ਹੈ। ਸਭ ਲੋਕ ਸਰੀਰਕ ਅਤੇ ਮਾਨਸਿਕ ਸੁਤੰਤਰਤਾ ਚਾਹੁੰਦੇ ਹਨ, ਪਰ ਇਹ ਉਸੇ ਅਨੁਪਾਤ ਵਿੱਚ ਮਿਲਦੀ ਹੈ ਜਿਸ ਅਨੁਪਾਤ ਵਿੱਚ ਵਿਅਕਤੀ ਆਪਣੇ ਅਹਮ ਦਾ ਵਿਕਾਸ ਅਤੇ ਪ੍ਰਯੋਗ ਕਰਦਾ ਹੈ। ਜਿਸ ਵਿਅਕਤੀ ਨੇ ਆਪਣੇ ਅਹਮ ਨੂੰ ਠੀਕ ਤਰੀਕੇ ਨਾਲ ਕੰਟਰੋਲ ਕਰ ਲਿਆ, ਉਸ ਦੇ ਕੋਲ ਮਨਚਾਹੀ ਸੁਤੰਤਰਤਾ ਹੁੰਦੀ ਹੈ। ਅਹਮ ਉਹ ਤਰੀਕਾ ਤੈਅ ਕਰਦਾ ਹੈ ਜਿਸ ਰਾਹੀਂ ਵਿਅਕਤੀ ਬਾਕੀ ਲੋਕਾਂ ਨਾਲ ਸੰਬੰਧ ਬਣਾਉਂਦਾ ਹੈ। ਇਸ ਨਾਲੋਂ ਵੀ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਅਹਮ ਰਾਹੀਂ ਹੀ ਵਿਅਕਤੀ ਆਪਣੇ ਸਰੀਰ ਅਤੇ ਦਿਮਾਗ ਦੀ ਵਰਤੋਂ ਕਰਦਾ ਹੈ, ਉਮੀਦ, ਉਦੇਸ਼ ਅਤੇ ਉਦੇਸ਼ ਪ੍ਰਣਾਲੀ ਬਣਾਉਂਦਾ ਹੈ ਅਤੇ ਇਸ ਰਾਹੀਂ ਜੀਵਨ ਵਿੱਚ ਆਪਣੀ ਕਿਸਮਤ ਖੁਦ ਤੈਅ ਕਰਦਾ ਹੈ। ਅਹਮ ਸਭ ਤੋਂ ਵੱਡਾ ਵਰਦਾਨ ਹੈ ਜਾਂ ਸਭ ਤੋਂ ਵੱਡਾ ਸਰਾਪ, ਇਹ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਵਿਅਕਤੀ ਇਸ ਦਾ ਕਿਹੋ ਜਿਹਾ ਪ੍ਰਯੋਗ ਕਰਦਾ ਹੈ। ਘਮੰਡ ਵਿਚਾਰ ਦੀਆਂ ਆਦਤਾਂ ਦਾ ਜੋੜ ਹੈ ਜਿਸ ਨੂੰ ਆਦਤ ਦੀ ਬ੍ਰਹਿਮੰਡੀ ਸ਼ਕਤੀ ਦੇ ਨਿਯਮ ਰਾਹੀਂ ਸਥਾਈ ਅਤੇ ਸਵੈਚਾਲਕ ਬਣਾ ਦਿੱਤਾ ਗਿਆ ਹੈ। ਸਫਲਤਾ ਦੀ ਚੇਤਨਾ ਕਿਵੇਂ ਵਿਕਸਿਤ ਕੀਤੀ ਜਾਏ? ਹਰ ਬਹੁਤ ਸਫਲ ਵਿਅਕਤੀ ਵਿੱਚ ਵਿਕਸਿਤ ਅਤੇ ਕਾਬੂ ਕੰਟਰੋਲ ਕੀਤਾ ਹੋਇਆ ਹੰਕਾਰ ਹੁੰਦਾ ਹੈ, ਪਰ ਹੰਕਾਰ ਦੇ ਨਾਲ ਇੱਕ ਹੋਰ ਤੱਤ ਜੁੜਿਆ ਹੋਇਆ ਹੈ ਜੋ ਇਹ ਤੈਅ ਕਰਦਾ ਹੈ ਕਿ ਇਸ ਦੀ ਵਰਤੋਂ ਭਲਾਈ ਲਈ ਹੋਵੇਗੀ ਜਾਂ ਬੁਰਾਈ ਲਈ। ਇਹ ਸਵੈ ਕਾਬੂ ਨਾਲ ਤੈਅ ਹੁੰਦਾ ਹੈ, ਜਿਸ ਕਰਕੇ ਵਿਅਕਤੀ ਇਸ ਦੀ ਸ਼ਕਤੀ ਨੂੰ ਮਨਭਾਉਂਦੇ ਉਦੇਸ਼ ਵਿੱਚ ਬਦਲ ਸਕਦਾ ਹੈ। ਸਾਰੀਆਂ ਵਿਅਕਤੀਗਤ ਸਫਲਤਾਵਾਂ ਦਾ ਆਰੰਭ ਬਿੰਦੂ ਕੋਈ ਨਾ ਕੋਈ ਅਜਿਹੀ ਯੋਜਨਾ ਹੁੰਦੀ ਹੈ ਜਿਸ ਰਾਹੀਂ ਵਿਅਕਤੀ ਦੇ ਹੰਕਾਰ ਨੂੰ ਸਫਲਤਾ ਦੀ ਚੇਤਨਾ ਰਾਹੀਂ ਪ੍ਰੇਰਿਤ ਕੀਤਾ ਜਾਂਦਾ ਹੈ। ਜਿਹੜਾ ਵਿਅਕਤੀ ਸਫਲ ਹੁੰਦਾ ਹੈ ਉਸ ਨੇ ਆਪਣੇ ਹੰਕਾਰ ਨੂੰ ਸਹੀ ਤਰੀਕੇ ਨਾਲ ਵਿਕਸਿਤ ਕਰਨਾ ਹੁੰਦਾ ਹੈ ਅਤੇ ਉਸ ਉੱਪਰ ਆਪਣੇ ਮਨਚਾਹੇ ਉਦੇਸ਼ ਨੂੰ ਉਲੀਕਣਾ ਹੁੰਦਾ ਹੈ। ਇਸ ਤੋਂ ਬਿਨਾਂ ਸਫਲ ਵਿਅਕਤੀ ਨੂੰ ਇਸ ਤਰ੍ਹਾਂ ਦੀ ਸੀਮਾ, ਡਰ ਅਤੇ ਸ਼ੰਕੇ ਨੂੰ ਹਟਾਉਣਾ ਹੁੰਦਾ ਹੈ ਜਿਸ ਨਾਲ ਹੰਕਾਰ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਸਵੈ ਸੁਝਾਅ ਜਾਂ ਸਵੈ ਨੂੰ ਮੋਹਿਤ ਕਰਨ ਦੀ ਪ੍ਰਕਿਰਿਆ ਉਹ ਜ਼ਰੀਆ ਹੈ ਜਿਸ ਰਾਹੀਂ ਵਿਅਕਤੀ ਆਪਣੇ ਹੰਕਾਰ ਨੂੰ ਇੱਛਾ ਅਨੁਸਾਰ ਵਿਕਸਿਤ ਕਰ ਸਕਦਾ ਹੈ ਅਤੇ ਉਸ ਨੂੰ ਕਿਸੇ ਉਦੇਸ਼ ਪ੍ਰਾਪਤੀ ਦੀ ਇੱਛਾ ਨਾਲ ਵੇਗ ਵਿੱਚ ਆ ਸਕਦਾ ਹੈ। ਜਦੋਂ ਤੱਕ ਤੁਸੀਂ ਸਵੈ ਸੁਝਾਅ ਦੇ ਸਿਧਾਂਤ ਦੇ ਮਹੱਤਵ ਨੂੰ ਨਹੀਂ ਸਮਝੋਗੇ, ਉਦੋਂ ਤੱਕ ਤੁਸੀਂ ਇਸ ਵਿਸ਼ਲੇਸ਼ਣ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਨੂੰ ਨਹੀਂ ਸਮਝ ਸਕੋਗੇ, ਕਿਉਂਕਿ ਹੰਕਾਰ ਦੀ ਸ਼ਕਤੀ ਪੂਰੀ ਤਰ੍ਹਾਂ ਸਵੈ ਸੁਝਾਅ ਦੀ ਵਰਤੋਂ ਉੱਪਰ ਨਿਰਭਰ ਕਰਦੀ ਹੈ। ਜਦ ਇਹ ਸਵੈ ਸੁਝਾਅ ਵਿਸ਼ਵਾਸ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਹੰਕਾਰ ਦੀ ਸ਼ਕਤੀ ਅਸੀਮਿਤ ਹੋ ਜਾਂਦੀ ਹੈ। ਜਦੋਂ ਹੰਕਾਰ ਨੂੰ ਖੁਰਾਕ ਦਿੱਤੀ ਜਾਂਦੀ ਹੈ ਤਾਂ ਇਹ ਸੰਜੀਵ ਹੋ ਜਾਂਦਾ ਹੈ ਅਤੇ ਕਾਰਜਸ਼ੀਲ ਬਣ ਜਾਂਦਾ ਹੈ। ਸਰੀਰ ਵਾਂਗ ਹੀ ਹੰਕਾਰ ਵੀ ਪਾਲਣ ਪੋਸ਼ਣ ਬਿਨਾਂ ਨਹੀਂ ਰਹਿ ਸਕਦਾ। ਇਸ ਨੂੰ ਨਿਸ਼ਚਿਤ ਉਦੇਸ਼ ਨਾਲ ਪਾਲਣਾ ਪੋਸ਼ਣਾ ਚਾਹੀਦਾ ਹੈ। ਇਸ ਨੂੰ ਵਿਅਕਤੀਗਤ ਪਹਿਲ ਦੇ ਆਧਾਰ ਤੇ ਪਾਲਣਾ ਚਾਹੀਦਾ ਹੈ। ਇਸ ਨੂੰ ਯੋਗ ਨਿਯਮ ਅਧੀਨ ਯੋਜਨਾਵਾਂ ਉੱਪਰ ਨਿਰੰਤਰ ਕਰਮ ਕਰਕੇ ਪਾਲਣਾ ਚਾਹੀਦਾ ਹੈ। ਇਸ ਨੂੰ ਉਤਸ਼ਾਹ ਰਾਹੀਂ ਪਾਲਣਾ ਚਾਹੀਦਾ ਹੈ। ਇਸ ਨੂੰ ਕੰਟਰੋਲ ਕੀਤੇ ਧਿਆਨ ਰਾਹੀਂ ਪੋਸ਼ਣ ਦਿੱਤਾ ਜਾਣਾ ਚਾਹੀਦਾ ਹੈ ਜੋ ਕਿਸੇ ਨਿਸ਼ਚਿਤ ਉਦੇਸ਼ ਵੱਲ ਨਿਰਦੇਸ਼ਿਤ ਹੋਵੇ। ਇਸ ਨੂੰ ਸਵੈ ਅਨੁਸ਼ਾਸਨ ਰਾਹੀਂ ਕੰਟਰੋਲ ਅਤੇ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੀ ਸਟੀਕ ਵਿਚਾਰ ਰਾਹੀਂ ਪੁਸ਼ਟੀ ਕਰਨੀ ਚਾਹੀਦੀ ਹੈ। ਜਦ ਤੱਕ ਵਿਅਕਤੀ ਆਪਣੇ ਹੰਕਾਰ ਦਾ ਮਾਲਕ ਨਾ ਬਣ ਜਾਏ, ਤਦ ਤੱਕ ਉਹ ਕਿਸੇ ਵੀ ਚੀਜ਼ ਦਾ ਮਾਲਕ ਨਹੀਂ ਬਣ ਸਕਦਾ। ਕੋਈ ਵੀ ਵਿਅਕਤੀ ਤਦ ਤੱਕ ਪੂਰਨ ਨਹੀਂ ਬਣ ਸਕਦਾ ਜਦ ਤੱਕ ਉਸ ਦੀ ਵਧੇਰੇ ਵਿਚਾਰ ਸ਼ਕਤੀ ਗਰੀਬੀ ਦੀ ਚੇਤਨਾ ਦੀ ਰੱਖਿਆ ਵਿੱਚ ਲੱਗੀ ਰਹੇ। ਅਰਥਾਤ ਵਿਅਕਤੀ ਨੂੰ ਇਹ ਸੱਚਾਈ ਨਹੀਂ ਭੁੱਲਣੀ ਚਾਹੀਦੀ ਕਿ ਬਹੁਤ ਸਾਰੇ ਅਮੀਰ ਲੋਕਾਂ ਨੇ ਆਪਣਾ ਕੈਰੀਅਰ ਗਰੀਬੀ ਵਿੱਚ ਸ਼ੁਰੂ ਕੀਤਾ ਸੀ। ਇਸ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਹੰਕਾਰ ਦੀ ਸਹੀ ਵਰਤੋਂ ਕੀਤੀ ਜਾਏ ਤਾਂ ਗਰੀਬੀ ਦੇ ਡਰ ਵਾਂਗ ਹੀ ਬਾਕੀ ਸਾਰੇ ਡਰ ਵੀ ਜਿੱਤੇ ਜਾ ਸਕਦੇ ਹਨ ਅਤੇ ਦੂਰ ਹਟਾਏ ਜਾ ਸਕਦੇ ਹਨ। ਹੰਕਾਰ ਵਿੱਚ ਇਸ ਫਿਲਾਸਫੀ ਦੇ ਸਾਰੇ ਸਿਧਾਂਤਾਂ ਦਾ ਮਿਸ਼ਰਤ ਪ੍ਰਭਾਵਿਤ ਦੇਖਿਆ ਜਾ ਸਕਦਾ ਹੈ।
ਹੰਕਾਰ ਕਰਕੇ ਹੀ ਇਹਨਾਂ ਦੀ ਤਾਕਤ ਦਾ ਪੂਰਾ ਪ੍ਰਭਾਵ ਪੈਂਦਾ ਹੈ, ਜਿਸ ਰਾਹੀਂ ਕੋਈ ਵੀ ਵਿਅਕਤੀ ਆਪਣੇ ਮਨਚਾਹੇ ਉਦੇਸ਼ ਨੂੰ ਹਾਸਲ ਕਰ ਸਕਦਾ ਹੈ, ਬਸ਼ਰਤੇ ਉਹ ਆਪਣੇ ਹੰਕਾਰ ਦਾ ਮਾਲਕ ਬਣ ਚੁੱਕਾ ਹੋਵੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਹੰਕਾਰ ਹੀ ਤੁਹਾਡੀ ਉਹ ਸਭ ਤੋਂ ਮਹੱਤਵਪੂਰਨ ਸ਼ਕਤੀ ਹੈ ਜੋ ਇਹ ਤੈਅ ਕਰੇਗੀ ਕਿ ਤੁਸੀਂ ਆਪਣੇ ਜੀਵਨ ਦੀ ਸਰਬਸ਼੍ਰੇਸ਼ਟ ਇੱਛਾ ਨੂੰ ਹਾਸਲ ਕਰਨ ਵਿੱਚ ਸਫਲ ਹੋਣਗੇ ਜਾਂ ਅਸਫਲ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹ ਰਿਹਾ ਹਾਂ ਕਿ ਤੁਸੀਂ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਗਲਤ ਮਾਨਤਾ ਨੂੰ ਵੀ ਦੂਰ ਕਰ ਦਿਓ ਕਿ ਹੰਕਾਰ ਸਵੈ ਪ੍ਰੇਮ, ਘੁਮੰਡ ਜਾਂ ਦਿਖਾਵੇ ਦਾ ਦੂਜਾ ਨਾਂ ਹੈ। ਮੈਂ ਤੁਹਾਨੂੰ ਸੱਚਾਈ ਦਿਖਾਉਣਾ ਚਾਹੁੰਦਾ ਹਾਂ ਅਤੇ ਇਹ ਦੱਸਣਾ ਚਾਹੁੰਦਾ ਹਾਂ ਕਿ ਸਰੀਰ ਨੂੰ ਬਣਾਉਣ ਵਾਲੇ 80 ਸੈਂਟ ਕੀਮਤ ਦੇ ਰਸਾਇਣਕ ਤੱਤਾਂ ਤੋਂ ਬਿਨਾਂ ਸਿਰਫ ਹੰਕਾਰ ਨਾਲ ਹੀ ਇਨਸਾਨ ਦਾ ਮੁੱਲ ਇੰਨਾ ਜ਼ਿਆਦਾ ਹੁੰਦਾ ਹੈ। ਸੈਕਸ ਇਨਸਾਨ ਦੀ ਮਹਾਨ ਰਚਨਾਤਮਕ ਸ਼ਕਤੀ ਹੈ। ਇਸ ਨੂੰ ਨਿਸ਼ਚਿਤ ਤੌਰ ਤੇ ਹੰਕਾਰ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਹੰਕਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸੈਕਸ ਅਤੇ ਹੰਕਾਰ ਦੋਹਾਂ ਦੀ ਹੀ ਭੈੜੀ ਮੂਰਤ ਇਸ ਕਰਕੇ ਹੈ ਕਿ ਦੋਨਾਂ ਦਾ ਹੀ ਤਬਾਹਕਾਰੀ ਅਤੇ ਸਿਰਜਣਾਤਮਕ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਲਈ ਅਗਿਆਨੀਆਂ ਨੇ ਇਤਿਹਾਸ ਦੇ ਆਰੰਭ ਵਿੱਚ ਹੀ ਇਹਨਾਂ ਦੋਹਾਂ ਨੂੰ ਬੁਰਾ ਮੰਨਿਆ ਹੈ। ਹੰਕਾਰੀ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਹੰਕਾਰ ਦੇ ਪ੍ਰਗਟਾਅ ਰਾਹੀਂ ਆਪਣੇ ਆਪ ਨੂੰ ਵਧੇਰੇ ਤੇਜ਼ ਅਤੇ ਸ਼ਕਤੀਸ਼ਾਲੀ ਬਣਾ ਲੈਂਦਾ ਹੈ ਅਤੇ ਹੰਕਾਰ ਦੀ ਸਿਰਜਣਾਤਮਕ ਵਰਤੋਂ ਕਰਨ ਦਾ ਤਰੀਕਾ ਨਹੀਂ ਜਾਣਦਾ। ਹੰਕਾਰ ਦਾ ਸਿਰਜਣਾਤਮਕ ਪ੍ਰਯੋਗ ਡੀਂਗਾਂ ਮਾਰਨ ਜਾਂ ਸਵੈ ਪ੍ਰੇਮ ਰਾਹੀਂ ਨਹੀਂ ਹੁੰਦਾ। ਇਹ ਤਾਂ ਉਮੀਦਾਂ, ਇੱਛਾਵਾਂ, ਉਦੇਸ਼ਾਂ, ਸਰਬਸ਼੍ਰੇਸ਼ਟ ਇੱਛਾਵਾਂ ਅਤੇ ਯੋਜਨਾਵਾਂ ਦੇ ਪ੍ਰਗਟਾਅ ਰਾਹੀਂ ਹੁੰਦਾ ਹੈ। ਜਿਸ ਵਿਅਕਤੀ ਦਾ ਹੰਕਾਰ ਉਸਦੇ ਕੰਟਰੋਲ ਵਿੱਚ ਹੁੰਦਾ ਹੈ, ਉਸਦਾ ਮੂਲ ਮੰਤਰ ਹੁੰਦਾ ਹੈ ਸ਼ਬਦ ਨਹੀਂ ਕਰਮ। ਉਸਦਾ ਮੂਲ ਮੰਤਰ ਹੁੰਦਾ ਹੈ ਸ਼ਬਦ ਨਹੀਂ ਕਰਮ। ਮਹਾਨ ਬਣਨ, ਮਾਣ ਇੱਜ਼ਤ ਹਾਸਲ ਕਰਨ ਅਤੇ ਵਿਅਕਤੀਗਤ ਸ਼ਕਤੀ ਪ੍ਰਾਪਤ ਕਰਨ ਦੀ ਇੱਛਾ ਇੱਕ ਤੰਦਰੁਸਤ ਇੱਛਾ ਹੈ। ਅਰਥਾਤ ਜੇ ਵਿਅਕਤੀ ਆਪਣੀ ਮਹਾਨਤਾ ਦਾ ਵਿਖਿਆਨ ਸਭ ਦੇ ਸਾਹਮਣੇ ਕਰਦਾ ਹੈ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਆਪਣੇ ਹੰਕਾਰ ਦਾ ਮਾਲਕ ਨਹੀਂ ਹੈ, ਬਲਕਿ ਹੰਕਾਰ ਉਸ ਦਾ ਮਾਲਕ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਮਹਾਨਤਾ ਦਾ ਵਿਖਿਆਨ ਤਾਂ ਸਿਰਫ ਇੱਕ ਨਕਾਬ ਹੈ ਜਿਹਦੇ ਪਿੱਛੇ ਉਹ ਆਪਣੇ ਕਿਸੇ ਡਰ ਜਾਂ ਹੀਨ ਭਾਵਨਾ ਨੂੰ ਛੁਪਾ ਰਿਹਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।